कहो टल गुर सेविया अहनिस सहज सुबाए दर्शन परसिया गुरु कै जन्म मरण दुख जाए होवै सिफत खसामदी नूर अरसों कुरसों चटीऐ तुद डिठे सच्चे पातशाह मल जन्म जन्म दी कटीऐ सज्जन सच्चा पातशाह सिर शाहां दै शाहू जिस पास बैठिया सोहीऐ सबना दावे साहू सज्जन सच्चा पातशाह सिर शाहां दै शाहू जिस पास बैठिया सोहीऐ सबना दावे साहू सतनाम सिरे वाहे गुरु साहिब जी राग सूही शंत महला पहला घर पहला एक ओंकार सतगुर प्रसाद भार जोबन मैं मत पेयड़ै घर पहुणी बलराम जियो मैली अवगण चित बिन गुर गुण ना समावनी बलराम जियो भार जोबन मैं मत पेयड़ै घर पहुणी बलराम जियो मैली अवगण चित बिन गुर गुण ना समावनी बलराम जियो गुण सार ना जानी भरम भुलाणी जोबन बाद गवाया वार घर दर दर्शन नहीं जाता तेर का सहज ना पाया सतगुर पूछ ना मार्ग चाली सूती रैण विहाणी नानक बाल तान रांडे पा बिन पेर धन कुमलाणी बाबा मैं वार देह मैं हर वार भावै तिसकी बलराम जियो रव रहया जुग चार
ਤ੍ਰੇ ਭਵਨ ਬਾਣੀ ਜਿਸ ਕੀ ਬਲਰਾਮ ਜੀਓ। ਤ੍ਰੇ ਭਵਨ ਕੰਤ ਰਵੈ ਸੁਹਾਗਣ ਅਵਗਣਵੰਤੀ ਦੂਰੇ। ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਾਰ ਪੂਰੇ। ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈਲੈ ਵੇਸੇ। ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ। ਬਾਬਾ ਲਗਨ ਗਣਾਏ ਹਮ ਵੀ ਵੰਜਾ ਸਹੁਰੈ ਬਲਰਾਮ ਜੀਓ। ਸਾਹਾ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜੀਓ। ਕਿਰਤ ਪਿਆ ਕਰਤੈ ਕਰ ਪਾਇਆ ਮੇਟ ਨਾ ਸਕੈ ਕੋਈ। ਜਾਨੀ ਨਾਉ ਨਰੈ ਨਿਹ ਕੇਵਲ ਰਵ ਰਹਿਆ ਤਿਹੁ ਲੋਈ। ਮਾਏ ਨਿਰਾਸੀ ਰੋਏ ਵਸ਼ੁਨੀ ਬਾਲੀ ਬਾਲੈ ਹਿਤੇ। ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ। ਬਾਬੁਲ ਦਿਤੜੀ ਦੂਰ ਨਾ ਆਵੈ ਘਰ ਪਈਐ ਬਲਰਾਮ ਜੀਓ। ਰਹਿਸੀ ਵੇਖ ਹਦੂਰ ਪੇਰ ਰਾਵੀ ਘਰ ਸੋਹੀਐ ਬਲਰਾਮ ਜੀਓ। ਸਾਚੇ ਪੇਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ। ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ। ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਫਿਰ ਭਾਏ। ਨਾਨਕ ਵਿਛੋੜ ਨਾ ਦੁਖ ਪਾਏ। ਗੁਰਮਤਿ ਅੰਕ ਸਮਾਏ। ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਫਿਰ ਭਾਏ। ਨਾਨਕ ਵਿਛੋੜ ਨਾ ਦੁਖ ਪਾਏ। ਗੁਰਮਤਿ ਅੰਕ ਸਮਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਰ ਜੋਬਨ ਮੈਂ ਮਤ ਪਈੜੈ ਘਰ ਪਹੁਣੀ ਬਲਰਾਮ ਜੀਓ। ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਰਾਗ ਸੂਹੀ ਘਰ ਪਹਿਲੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਛੰਤ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪ੍ਰਭੂ ਜੀ, ਮੈਂ ਤੈਥੋਂ ਸਦਕੇ ਹਾਂ। ਤੂੰ ਕੈਸੀ ਅਚਰਜ ਲੀਲਾ ਰਚਾਈ ਹੈ। ਜੀਵ ਇਸਤਰੀ ਤੇਰੀ ਰਚੀ ਮਾਇਆ ਦੇ ਪ੍ਰਭਾਵ ਹੇਠ ਜਵਾਨੀ ਦੇ ਸਮੇਂ ਇਉਂ ਮਸਤ ਹੈ ਜਿਵੇਂ ਸ਼ਰਾਬ ਪੀ ਕੇ ਮਦਹੋਸ਼ ਹੈ। ਇਹ ਵੀ ਨਹੀਂ ਸਮਝਦੀ ਕਿ ਇਸ ਪੇਕੇ ਘਰ ਵਿੱਚ, ਇਸ ਜਗਤ ਵਿੱਚ ਉਹ ਇੱਕ ਪ੍ਰਾਹੁਣੀ ਹੀ ਹੈ। ਵਿਕਾਰਾਂ ਦੀ ਕਮਾਈ ਨਾਲ ਚਿੱਤ ਵਿੱਚ ਉਹ ਮੈਲੀ ਰਹਿੰਦੀ ਹੈ ਜੋ ਗੁਰੂ ਦੀ ਸ਼ਰਨ ਨਹੀਂ ਆਉਂਦੀ, ਤੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਹਿਰਦੇ ਵਿੱਚ ਗੁਣ ਟਿਕ ਨਹੀਂ ਸਕਦੇ। ਮਾਇਆ ਦੀ ਭਟਕਣਾ ਵਿੱਚ ਪੈ ਕੇ ਜੀਵ ਇਸਤਰੀ ਨੇ ਪ੍ਰਭੂ ਦੇ ਗੁਣਾਂ ਦੀ ਕੀਮਤ ਨਹੀਂ ਸਮਝੀ, ਕੁਰਾਏ ਪੈ ਰਹੀ ਤੇ ਜਵਾਨੀ ਦਾ ਸਮਾਂ ਵਿਅਰਥ ਗਵਾ ਲਿਆ। ਨਾ ਉਸਨੇ ਖਸਮ ਪ੍ਰਭੂ ਨਾਲ ਸਾਂਝ ਪਾਈ, ਨਾ ਉਸਦੇ ਦਰ, ਨਾ ਉਸਦੇ ਘਰ, ਤੇ ਨਾ ਹੀ ਉਸਦੇ ਦਰਸ਼ਨ ਦੀ ਕਦਰ ਪਛਾਣੀ। ਭਟਕਣਾ ਵਿੱਚ ਹੀ ਰਹਿ ਕੇ ਜੀਵ ਇਸਤਰੀ ਨੂੰ ਪ੍ਰਭੂ ਪਤੀ ਦਾ ਸੁਭਾਅ ਵੀ ਪਸੰਦ ਨਾ ਆਇਆ। ਮਾਇਆ ਦੇ ਮੋਹ ਵਿੱਚ ਸੁੱਤੀ ਹੋਈ ਜੀਵ ਇਸਤਰੀ ਦੀ ਜ਼ਿੰਦਗੀ ਸਾਰੀ ਰਾਤ ਬੀਤ ਗਈ। ਸਤਿਗੁਰੂ ਦੀ ਸਿੱਖਿਆ ਲੈ ਕੇ ਜੀਵਨ ਦੇ ਠੀਕ ਰਸਤੇ ਉੱਤੇ ਕਦੇ ਵੀ ਨਾ ਤੁਰੀ। ਹੇ ਨਾਨਕ, ਅਜਿਹੀ ਜੀਵ ਇਸਤਰੀ ਨੇ ਤਾਂ ਬਾਲ ਉਮਰੇ ਹੀ ਰੰਡੇਪਾ ਸਹੇੜ ਲਿਆ ਤੇ ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਉਸਦਾ ਹਿਰਦਾ ਕਮਲ ਕੁਮਲਾਇਆ ਹੀ ਰਿਹਾ। ਹੇ ਪਿਆਰੇ ਸਤਿਗੁਰੂ, ਮੈਨੂੰ ਖਸਮ ਪ੍ਰਭੂ ਮਿਲਾ, ਮਿਹਰ ਕਰ। ਮੈਨੂੰ ਉਹ ਪ੍ਰਭੂ ਪਤੀ ਪਿਆਰਾ ਲੱਗੇ। ਮੈਂ ਉਸ ਤੋਂ ਸਦਕੇ ਜਾਵਾਂ ਜੋ ਸਦਾ ਹੀ ਹਰ ਥਾਂ ਵਿਆਪਕ ਹੈ। ਤਿੰਨਾਂ ਹੀ ਭਵਨਾਂ ਵਿੱਚ ਜਿਸ ਦਾ ਹੁਕਮ ਚੱਲ ਰਿਹਾ ਹੈ। ਤਿੰਨਾਂ ਭਵਨਾਂ ਦਾ ਮਾਲਕ ਪ੍ਰਭੂ ਭਾਗਾਂ ਵਾਲੀ ਜੀਵ ਇਸਤਰੀ ਨਾਲ ਪਿਆਰ ਕਰਦਾ ਹੈ, ਪਰ ਜਿਸਨੇ ਔਗਣ ਹੀ ਔਗਣ ਸਹੇੜੇ ਉਹ ਉਸ ਦੇ ਚਰਨਾਂ ਤੋਂ ਵਿਛੜੀ ਰਹਿੰਦੀ ਹੈ। ਉਹ ਮਾਲਕ ਹਰੇਕ ਦੇ ਹਿਰਦੇ ਵਿੱਚ ਵਿਆਪਕ ਹੈ। ਉਹ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਜਿਹੋ ਜਿਹੀ ਆਸ ਧਾਰ ਕੇ ਕੋਈ ਉਸ ਦੇ ਦਰ 'ਤੇ ਆਉਂਦੀ ਹੈ, ਉਹ ਜਿਹੀ ਇੱਛਾ ਉਹ ਪੂਰੀ ਕਰ ਦਿੰਦਾ ਹੈ। ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਦੀ ਬਣੀ ਰਹਿੰਦੀ ਹੈ, ਉਹ ਸਦਾ ਸੁਹਾਗ ਭਾਗ ਵਾਲੀ ਹੈ। ਉਹ ਕਦੇ ਰੰਡੀ ਨਹੀਂ ਹੁੰਦੀ, ਉਸ ਦਾ ਵੇਸ ਕਦੇ ਮੈਲਾ ਨਹੀਂ ਹੁੰਦਾ, ਉਸ ਦਾ ਹਿਰਦਾ ਕਦੇ ਵਿਕਾਰਾਂ ਨਾਲ ਮੈਲਾ ਨਹੀਂ ਹੁੰਦਾ। ਹੇ ਨਾਨਕ ਜੀ, ਅਰਦਾਸ ਕਰਤੇ ਆਖ, ਹੇ ਸਤਿਗੁਰੂ, ਤੇਰੀ ਮਿਹਰ ਹੋਵੇ ਤਾਂ ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਪਤੀ ਮੈਨੂੰ ਸਦਾ ਪਿਆਰਾ ਲੱਗਦਾ ਰਹੇ, ਜਿਹੜਾ ਪ੍ਰੀਤਮ ਹਰੇਕ ਯੁੱਗ ਵਿੱਚ ਇੱਕ ਸਮਾਨ ਰਹਿਣ ਵਾਲਾ ਹੈ। ਹੇ ਸਤਿਗੁਰੂ, ਉਹ ਮੂਰਤ ਕਢਾ, ਉਹ ਅਵਸਰ ਪੈਦਾ ਕਰ ਜਿਸ ਦੀ ਬਰਕਤ ਨਾਲ ਮੈਂ ਵੀ ਪ੍ਰਭੂ ਪਤੀ ਦੇ ਚਰਨਾਂ ਵਿੱਚ ਜੁੜ ਸਕਾਂ। ਹੇ ਗੁਰੂ, ਤੇਰੀ ਕਿਰਪਾ ਨਾਲ ਰਜਾ ਦੇ ਮਾਲਕ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਮੇਲ ਦਾ ਅਵਸਰ ਬਣ ਜਾਂਦਾ ਹੈ। ਉਸ ਨੂੰ ਕੋਈ ਅਗਾਂਹ ਪਿਛਾਂਹ ਨਹੀਂ ਕਰ ਸਕਦਾ, ਉਸ ਵਿੱਚ ਕੋਈ ਵਿਘਨ ਨਹੀਂ ਪਾ ਸਕਦਾ। ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਕਰਤਾਰ ਨੇ ਉਹਨਾਂ ਦੇ ਮਿਲਾਪ ਜਾਂ ਵਿਛੋੜੇ ਦਾ ਜੋ ਵੀ ਹੁਕਮ ਦਿੱਤਾ ਹੈ ਉਸ ਨੂੰ ਕੋਈ ਉਲੰਘ ਨਹੀਂ ਸਕਦਾ। ਗੁਰੂ ਵਿਚੋਲੇ ਦੀ ਕਿਰਪਾ ਨਾਲ ਉਹ ਪਰਮਾਤਮਾ ਜੋ ਤਿੰਨਾਂ ਲੋਕਾਂ ਵਿੱਚ ਵਿਆਪਕ ਹੈ ਤੇ ਫਿਰ ਵੀ ਆਪਣੇ ਪੈਦਾ ਕੀਤੇ ਬੰਦਿਆਂ ਤੋਂ ਸੁਤੰਤਰ ਹੈ, ਜੀਵ ਇਸਤਰੀ ਨੂੰ ਆਪਣੇ ਚਰਨਾਂ ਵਿੱਚ ਜੋੜਨ ਲਈ ਲਾੜਾ ਬਣ ਕੇ ਆਉਂਦਾ ਹੈ। ਜਿਵੇਂ ਧੀ ਨੂੰ ਤੋਰਨ ਲੱਗੀ ਮਾਂ ਮੁੜ ਮਿਲਣ ਦੀਆਂ ਆਸਾਂ ਲਾ ਕੇ ਰੋ ਕੇ ਵਿਛੜਦੀ ਹੈ, ਤਿਵੇਂ ਮਾਇਆ ਜੀਵ ਇਸਤਰੀ ਦੇ ਪ੍ਰਭੂ ਪਤੀ ਨਾਲ ਪ੍ਰੇਮ ਦੇ ਕਾਰਨ ਜੀਵ ਇਸਤਰੀ ਨੂੰ ਆਪਣੇ ਕਾਬੂ ਵਿੱਚ ਰੱਖ ਸਕਣ ਦੀਆਂ ਆਸਾਂ ਲਾ ਕੇ ਮਨੋਂ ਰੋ ਕੇ ਵਿਛੜਦੀ ਹੈ। ਹੇ ਨਾਨਕ ਜੀ, ਜੀਵ ਇਸਤਰੀ ਗੁਰੂ ਦੇ ਚਰਨਾਂ ਦੀ ਬਰਕਤ ਨਾਲ ਪ੍ਰਭੂ ਪਤੀ ਨੂੰ ਹਿਰਦੇ ਵਿੱਚ ਵਸਾਉਂਦੀ ਹੈ ਤੇ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਵਾਲੇ ਸ਼ਬਦੀ ਰਾਹੀਂ ਪ੍ਰਭੂ ਦੀ ਹਜ਼ੂਰੀ ਵਿੱਚ ਆਨੰਦ ਮਾਣਦੀ ਹੈ। ਸਤਿਗੁਰੂ ਨੇ ਮਿਹਰ ਕਰਕੇ ਜੀਵ ਇਸਤਰੀ ਮਾਇਆ ਦੇ ਪ੍ਰਭਾਵ ਤੋਂ ਇਤਨੀ ਦੂਰ ਅਪੜਾ ਦਿੱਤੀ ਕਿ ਉਹ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੀ।
ਪ੍ਰਭੂ ਪਤੀ ਦਾ ਪ੍ਰਤੱਖ ਦੀਦਾਰ ਕਰਕੇ ਉਹ ਪ੍ਰਸੰਨ ਚਿੱਤ ਹੁੰਦੀ ਹੈ। ਪ੍ਰਭੂ ਪਤੀ ਨੇ ਜਦੋਂ ਉਸ ਨਾਲ ਪਿਆਰ ਕੀਤਾ ਤਾਂ ਉਸ ਦੇ ਚਰਨਾਂ ਵਿੱਚ ਜੁੜ ਕੇ ਉਹ ਆਪਣਾ ਆਤਮਿਕ ਜੀਵਨ ਸਵਾਰਦੀ ਹੈ। ਸਦਾ ਥਿਰ ਪ੍ਰੀਤਮ ਪ੍ਰਭੂ ਨੂੰ ਉਸ ਜੀਵ ਇਸਤਰੀ ਦੀ ਲੋੜ ਪਈ, ਭਾਵ ਜੀਵ ਇਸਤਰੀ ਉਸ ਦੇ ਲੇਖਾਂ ਵਿੱਚ ਆ ਗਈ। ਉਸਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ। ਇਸ ਮਿਲਾਪ ਦੀ ਬਰਕਤ ਨਾਲ ਉਸ ਦੀ ਮਤ ਉਕਾਈਹੀਨ ਹੋ ਗਈ। ਉਹ ਮੰਨੀ ਪਰਮੰਨੀ ਗਈ। ਚੰਗੇ ਭਾਗਾਂ ਨਾਲ ਉਸ ਦਾ ਮਿਲਾਪ ਹੋ ਗਿਆ। ਪ੍ਰਭੂ ਚਰਨਾਂ ਵਿੱਚ ਉਸ ਦਾ ਜੀਵਨ ਸੁਖੀ ਹੋ ਗਿਆ। ਉਹ ਗੁਣਾਂ ਵਾਲੀ ਹੋ ਗਈ, ਗੁਰੂ ਦੇ ਦਿੱਤੇ ਗਿਆਨ ਵਾਲੀ ਹੋ ਗਈ। ਸਤ ਸੰਤੋਖ ਤੇ ਸਦਾ ਥਿਰ ਯਾਦ ਉਸ ਦੇ ਹਿਰਦੇ ਵਿੱਚ ਟਿਕ ਜਾਂਦੀ ਹੈ। ਉਹ ਸਦਾ ਥਿਰ ਪ੍ਰਭੂ ਨੂੰ ਸਦਾ ਸਿਮਰਦੀ ਹੈ। ਉਹ ਪ੍ਰਭੂ ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਹੇ ਨਾਨਕ ਜੀ, ਜੀਵ ਇਸਤਰੀ ਪ੍ਰਭੂ ਚਰਨਾਂ ਤੋਂ ਵਿਛੜ ਕੇ ਦੁੱਖ ਨਹੀਂ ਪਾਉਂਦੀ। ਗੁਰੂ ਦੀ ਸਿੱਖਿਆ ਦੀ ਬਰਕਤ ਨਾਲ ਉਹ ਪ੍ਰਭੂ ਦੀ ਗੋਦ ਵਿੱਚ ਹੀ ਲੀਨ ਹੋ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।